ਅਦਾਰਾ ਗੁਸਈਆਂ ਪਟਿਆਲਾ ਅਤੇ ਗਿਆਨਦੀਪ ਸਾਹਿਤ ਸਾਜਨਾ ਮੰਚ ਪਟਿਆਲਾ ਵੱਲੋਂ ਮਿਤੀ 23 ਅਪ੍ਰੈਲ 2022 ਨੂੰ ਭਾਸ਼ਾ ਵਿਭਾਗ ਪਟਿਆਲਾ ਵਿਖੇ ਇੰਜੀਨੀਅਰ ਗੁਰਚਰਨ ਸਿੰਘ ਚੰਨ ਪਟਿਆਲਵੀ ਦੀ ਦੂਜੀ ਕਾਵਿ ਪੁਸਤਕ ਮੈਨੂੰ ਰੰਗ ਦੀ ਰਿਲੀਜ਼ ਕੀਤੀ ਗਈ। ਇਸ ਦਰਮਿਆਨ ਸਰਦਾਰ ਮਨਮੋਹਨ ਸਿੰਘ ਦਾਊ, ਸ਼੍ਰੋਮਣੀ ਸਾਹਿਤਕਾਰ, ਸ਼੍ਰੀਮਤੀ ਵੀਰਪਾਲ ਕੌਰ, ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਅਤੇ ਡਾਕਟਰ ਮੀਤ ਖੱਟੜਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਮੰਚ ਦੇ ਪ੍ਰਧਾਨ ਡਾਕਟਰ ਜੀ.ਐਸ. ਆਨੰਦ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਤੁਹਾਨੂੰ ਸਭ ਨੂੰ ਜੀ ਆਇਆਂ ਵੀ ਕਹਿਣਗੇ ਤੇ ਆਪਣੀਆਂ ਭਾਵਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਸਾਹਿਤਕਾਰ ਦੋਸਤੋ, ਅੱਜ ਦੇ ਇਸ ਖੂਬਸੂਰਤ ਸਾਹਿਤਕ ਸਮਾਗਮ ਵਿੱਚ ਮੈਂ ਆਪ ਸਭ ਦਾ ਭਰਪੂਰ ਸਵਾਗਤ ਕਰਦਾ ਹਾਂ, ਜੀ ਆਇਆਂ ਆਖਦਾ ਹਾਂ। ਅੱਜ ਦਾ ਇਹ ਸਮਾਗਮ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ ਹੈ ਅਦਾਰਾ ਗੁਸਈਆਂ ਵੱਲੋਂ ਤੇ ਗਿਆਨਦੀਪ ਸਾਹਿਤ ਸਾਧਨਾ ਮੰਚ ਵੱਲੋਂ। ਅਦਾਰਾ ਗੁਸਈਆਂ ਬਾਰੇ ਆਪ ਸਭ ਜਾਣਦੇ ਹੀ ਹੋ। ਜਨਵਰੀ 2008 ਵਿੱਚ ਇਸ ਨੂੰ ਆਰੰਭ ਕੀਤਾ ਗਿਆ ਸੀ ਤੇ ਪਿਛਲੇ 14 ਸਾਲ ਤੋਂ ਇਹ ਮੈਗਜ਼ੀਨ ਜਿਹੜਾ ਹੈ ਉਹ ਸਾਹਿਤ ਦੀ ਸੇਵਾ ਕਰ ਰਿਹਾ, ਸਮਾਜ ਦੀ ਸੇਵਾ ਕਰ ਰਿਹਾ। ਗੁਸਈਆਂ ਜੋ ਸ਼ਬਦ ਹੈ, ਜਿਸ ਦਾ ਨਾਂ ਹੀ ਰੱਬ ਨਾਲ ਜੋੜਦਾ ਹੈ। ਗਰੀਬ ਨਿਵਾਜ਼ ਗੁਸਈਆਂ ਮੇਰਾ, ਮਾਥੇ ਛਤਰ ਧਰੇ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਹੂੰ ਤੇ ਨਾ ਡਰੇ। ਇਹ ਮੈਗਜ਼ੀਨ ਸ੍ਰੀ ਬੇਗਮਪੁਰਾ ਮਿਸ਼ਨ ਦੇ ਮੰਤਵਾਂ ਦੀ ਤਰਜਮਾਨੀ ਕਰਦਾ ਹੈ। ਮੰਚ ਤੇ ਵਿਰਾਜਮਾਨ ਸਨਮਾਨਿਤ ਸ਼ਖਸੀਅਤਾਂ ਅਤੇ ਸਾਹਿਤਕ ਸਾਥੀਓ, ਮੇਰੇ ਰਿਸ਼ਤੇਦਾਰੋ, ਦੋਸਤੋ, ਮਿੱਤਰੋ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਚੰਗੇ ਅਤੇ ਨਰੋਏ ਸਾਹਿਤ ਨੂੰ ਜ਼ਿੰਦਗੀ ਦਾ ਦਰਪਣ ਕਿਹਾ ਜਾਂਦਾ ਹੈ। ਮੈਂ ਹਮੇਸ਼ਾ ਹੀ ਚੰਗਾ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਜ਼ਿੰਦਗੀ ਨੂੰ ਨੇੜਿਓਂ ਤੱਕਦਿਆਂ ਜੋ ਰੰਗ ਮੈਨੂੰ ਜ਼ਿੰਦਗੀ ਵਿੱਚੋਂ ਮਿਲੇ, ਮੈਂ ਕਲਮ ਨਾਲ ਕਾਗਜ਼ 'ਤੇ ਉਤਾਰਦਾ ਰਿਹਾ। ਇਹਨਾਂ ਰੰਗਾਂ ਦੇ ਵਿੱਚੋਂ ਹੀ ਮੈਂ ਆਪਣਾ ਦੂਸਰਾ ਕਾਵਿ ਸੰਗ੍ਰਹਿ ਰੰਗਸਾਜ ਲੈ ਕੇ ਆਪ ਜੀ ਦੇ ਰੂਬਰੂ ਹੋਇਆ ਹਾਂ। ਮੈਨੂੰ ਆਸ ਹੈ ਤੁਸੀਂ ਮੈਨੂੰ ਪਿਆਰ ਬਖਸ਼ੋਗੇ। ਆਪਣੇ ਵੱਲੋਂ ਅਦਾਰਾ ਗੁਸਈਆਂ ਅਤੇ ਗਿਆਨਦੀਪ ਸਾਹਿਤ ਸਭਾ ਦਾ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਮੇਰੀ ਦੂਸਰੀ ਪੁਸਤਕ ਨੂੰ ਇੱਥੇ ਰਿਲੀਜ਼ ਕੀਤਾ। ਤੁਹਾਡਾ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ-ਬਹੁਤ ਧੰਨਵਾਦ। ਇਸ ਦਰਮਿਆਨ ਸੁਰਿੰਦਰ ਰਾਮਪੁਰੀ ਦੇ ਵੱਲੋਂ ਇੰਜੀਨੀਅਰ ਗੁਰਚਰਨ ਸਿੰਘ ਚੰਨ ਪਟਿਆਲਵੀ ਦੀ ਕਾਵਿ ਪੁਸਤਕ ਮੈਨੂੰ ਰੰਗ ਦੀ ਦਾ ਪਰਚਾ ਪੜ੍ਹਿਆ ਗਿਆ। ਚੰਨ ਪਟਿਆਲਵੀ ਨੇ ਆਪਣੀਆਂ ਕਵਿਤਾਵਾਂ ਵਿੱਚ ਗਵਾਚ ਗਏ ਵਿਰਸੇ ਅਤੇ ਗਵਾਚ ਰਹੇ ਰਿਸ਼ਤਿਆਂ ਦੀ ਵਿਥਿਆ ਬਿਆਨ ਕੀਤੀ ਹੈ। ਆਲੀਏ ਪਾਲੀਏ, ਮੈਨੂੰ ਕਹਿੰਦੀ ਸੀ ਅਤੇ ਅਤੀਤ ਆਦਿ ਕਵਿਤਾਵਾਂ ਮੇਰੀ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਆਲੀਏ ਪਾਲੀਏ ਵਿੱਚੋਂ ਕਹਿੰਦਾ ਹੈ, ਅੱਜ ਆਲੀਏ ਪਾਲੀਏ ਦੇ ਅਰਥ ਹੀ ਅਰਥਹੀਣ ਹੋ ਗਏ। ਆਲੀਏ ਭੋਲੇ ਭਾਲੇ ਲੋਕ ਨਹੀਂ ਰਹੇ, ਪਾਲੀਏ ਨਾ ਚਰਾਂਦਾ ਰਹੀਆਂ, ਨਾ ਪਾਲੀ ਨਾ ਹੀ ਵੱਗ। ਨਵੀਂ ਪੀੜ੍ਹੀ ਲਈ ਇਹ ਸ਼ਬਦ ਓਪਰੇ ਹੋ ਗਏ ਹਨ। ਭਾਸ਼ਾ ਵਿਗਿਆਨ ਵਿੱਚ ਅਜਿਹੀ ਅਲੋਪ ਹੋ ਰਹੀ ਸ਼ਬਦਾਵਲੀ ਨੂੰ ਮਹਾਮਹਿਟਰ ਸ਼ਬਦਾਵਲੀ ਕਿਹਾ ਜਾਂਦਾ ਹੈ। ਜਿਹੜੀ ਅਲੋਪ ਹੋ ਗਈ, ਜਿਹਨੂੰ ਅਸੀਂ ਭੁੱਲ ਗਏ, ਉਹਨੂੰ ਭਾਸ਼ਾ ਵਿਗਿਆਨੀ ਮਹਾਮਹਿਟਰ ਸ਼ਬਦਾਵਲੀ ਕਹਿੰਦੇ ਨੇ। ਚੰਨ ਪਟਿਆਲਵੀ ਨੇ ਇਹਨਾਂ ਸ਼ਬਦਾਂ ਨੂੰ ਆਪਣੀ ਕਵਿਤਾ ਵਿੱਚ ਸਾਂਭਿਆ ਹੈ। ਚੰਨ ਪਟਿਆਲਵੀ ਨੇ ਇਸ ਕਾਵਿ ਸੰਗ੍ਰਹਿ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਵਰਤਾਰਿਆਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ। ਉਹ ਮਾਨਵਵਾਦੀ ਸ਼ਾਇਰ ਹੈ। ਇਸ ਪੁਸਤਕ ਦੀਆਂ ਕਵਿਤਾਵਾਂ ਵਿੱਚ ਵਿਚਾਰਾਂ ਦਾ ਸੂਰਜ ਮਘਦਾ ਹੈ, ਲੋਕ ਹਿੱਤਾਂ ਦਾ ਦ੍ਰਿੜ ਸੰਕਲਪ ਹੈ, ਕਾਲੀਆਂ ਰਾਤਾਂ ਵਿੱਚ ਬਨੇਰੇ 'ਤੇ ਜਗਦੇ ਦੀਵਿਆਂ ਦੀ ਰੌਸ਼ਨੀ ਹੈ, ਔਰਤ ਦੇ ਮਾਣ ਸਨਮਾਨ ਅਤੇ ਸਾਬਤ ਸਬੂਤੇ ਮਨੁੱਖ ਦੀ ਗਾਥਾ ਹੈ। ਉਹਦੀ ਕਵਿਤਾ ਸੱਚ ਦੀ ਪਛਾਣ ਕਰਾਉਂਦੀ ਹੈ।
ਆਸ ਦਾ ਝਲਕਾਰਾ ਦਿਖਾਉਂਦੀ ਹੈ, ਮੁਹੱਬਤਾਂ ਦੇ ਦੀਵੇ ਜਗਾਉਂਦੀ ਇਸ ਪੁਸਤਕ ਮੈਨੂੰ ਰੰਗ ਦੇ ਦਾ ਸਵਾਗਤ ਹੈ। ਧੰਨਵਾਦ। ਚੰਨ ਪਟਿਆਲਵੀ ਹੋਰਾਂ ਦੀ ਇੱਕ ਰਚਨਾ ਕੁਲਦੀਪ ਜੋਧਪੁਰੀ ਤੁਹਾਡੇ ਰੂਬਰੂ ਕਰਨਗੇ। ਕੁਲਦੀਪ ਜੋਧਪੁਰੀ ਜੀ। ਜਦੋਂ ਕਣਕਾਂ ਪੱਕਦੀਆਂ ਨੇ, ਜਦੋਂ ਕਣਕਾਂ ਪੱਕਦੀਆਂ ਨੇ, ਕੋਇਲਾਂ ਗੀਤ ਗਾਉਂਦੀਆਂ ਨੇ। ਜਦੋਂ ਕਣਕਾਂ ਪੱਕਦੀਆਂ ਨੇ, ਕੋਇਲਾਂ ਗੀਤ ਗਾਉਂਦੀਆਂ ਨੇ। ਫਿਰ ਉਸ ਕੁੜੀ ਦੀਆਂ ਯਾਦਾਂ ਮੈਨੂੰ ਮੁੜ ਮੁੜ ਆਉਂਦੀਆਂ ਨੇ। ਫਿਰ ਉਸ ਕੁੜੀ ਦੀਆਂ ਯਾਦਾਂ ਮੈਨੂੰ ਬਹੁਤ ਸਤਾਉਂਦੀਆਂ ਨੇ। ਵਿਛੜੀ ਨੂੰ ਜੁਗ ਹੋ ਗਏ, ਗੱਲ ਕੱਲ ਦੀ ਲੱਗਦੀ ਏ। ਉਹਦੇ ਹਿਜਰਾਂ ਦੀ ਬਰਛੀ ਨਿਤ ਸੀਨੇ ਵੱਜਦੀ ਏ। ਫੱਟਾਂ ਤੇ ਫੱਟ ਲਾ ਕੇ ਦੂਣੇ ਦਰਦ ਵਧਾਉਂਦੀਆਂ ਨੇ। ਫਿਰ ਉਸ ਕੁੜੀ ਦੀਆਂ ਯਾਦਾਂ ਮੈਨੂੰ ਮੁੜ ਮੁੜ ਆਉਂਦੀਆਂ ਨੇ। ਫਿਰ ਉਸ ਕੁੜੀ ਦੀਆਂ ਯਾਦਾਂ ਮੈਨੂੰ ਬਹੁਤ ਸਤਾਉਂਦੀਆਂ ਨੇ। ਡਾਕਟਰ ਮੀਤ ਖੱਟੜਾ ਜੀ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਜਿਹੜੇ ਪ੍ਰਭਾਵ ਹੈ ਪੇਪਰ ਬਾਰੇ ਵੀ ਤੇ ਪਟਿਆਲਵੀ ਹੋਰਾਂ ਦੀ ਕਵਿਤਾ ਬਾਰੇ ਵੀ ਤੇ ਆਪਣੀ ਇਹਨਾਂ ਦੀ ਸਾਂਝ ਬਾਰੇ ਵੀ ਉਹ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਨਗੇ। ਮੈਨੂੰ ਰੰਗ ਦੇ ਜਦੋਂ ਮੈਨੂੰ ਪੁਸਤਕ ਮਿਲੀ, ਸੱਚ ਜਾਣਿਓ ਮੈਂ ਅੱਧੇ ਘੰਟੇ 'ਚ ਪੜ੍ਹ ਦਿੱਤੀ। ਅੱਛਾ, ਬਲਬਲੇ ਇੰਨੇ ਪ੍ਰਬਲ ਹੋ ਗਏ ਕਿ ਮੈਂ 1 ਘੰਟੇ 'ਚ ਉਹਦੇ 'ਤੇ ਪੇਪਰ ਵੀ ਲਿਖ ਦਿੱਤਾ। ਉਸੇ ਵੇਲੇ ਮੈਂ ਜਦੋਂ ਚੰਨ ਜੀ ਨੂੰ ਫੋਨ ਕੀਤਾ, ਇਹ ਬੜੇ ਖੁਸ਼ ਹੋਏ ਕਿ ਵੀ ਬੜੀ, ਕਿਉਂਕਿ ਜਿਹੜੀ ਰਚਨਾ ਦੇ ਵਿੱਚ ਮਨ ਲੱਗੇ ਅਸੀਂ ਉਹ ਛੇਤੀ ਪੜ੍ਹ ਲੈਂਦੇ ਹਾਂ। ਜਿਹਦੇ ਵਿੱਚ ਅਹਿਸਾਸ ਤੇ ਜਜ਼ਬਾਤ ਹੋਣ ਉਹ ਜ਼ਰੂਰ ਪੜ੍ਹੀ ਜਾਂਦੀ ਹੈ। ਜਿਹੜੀ ਕਿਰਤ 'ਚ ਲਿਖੀ ਜਾਵੇ ਉਹਦੇ ਵਿੱਚ ਦਮ ਹੁੰਦਾ ਹੈ, ਉਹਦੇ ਵਿੱਚ ਸੱਚਾਈ ਹੁੰਦੀ ਹੈ। ਜਿਹੜੀ ਸਿਰਫ ਬਲਬਲਿਆਂ ਦੇ ਵੇਗ ਦੇ ਵਿੱਚ ਲਿਖੀ ਜਾਵੇ, ਜ਼ਿੰਦਗੀ ਦੀ ਹਕੀਕਤ ਤੋਂ ਟੁੱਟੀ ਹੋਵੇ, ਉਹ ਸ਼ਾਇਦ ਨਹੀਂ ਸਾਡੇ ਮਨ ਨੂੰ ਭਾਉਂਦੀ। ਚੰਨ ਪਟਿਆਲਵੀ ਜੀ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਮੈਨੂੰ ਰੰਗ ਦੇ, ਸੱਚਿਓ ਹੀ ਉਸ ਰੰਗ ਦੀ ਗੱਲ ਕੀਤੀ ਹੈ। ਉਹ ਜਿਹੜਾ ਮਨੁੱਖਤਾ ਦਾ ਰੰਗ ਹੈ, ਉਸ ਵਿੱਚ ਰੰਗਣਾ ਚਾਹੁੰਦੇ ਨੇ, ਜਿਹਦੇ ਵਿੱਚ ਸੰਤੁਸ਼ਟੀ ਹੈ, ਜਿਹਦੇ ਵਿੱਚ ਹੰਕਾਰ ਹੀ ਨਹੀਂ ਹੈ, ਜਿਹਦੇ ਵਿੱਚ ਮਾਣ ਹੀ ਨਹੀਂ ਹੈ, ਜਿਹਦੇ ਵਿੱਚ ਮੈਂ ਤੋਂ ਪਰ ਤੱਕ ਦਾ ਸਫ਼ਰ ਹੈ। ਗੁਸਾਈਆਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਰ-ਬਾਰ ਆਉਂਦਾ ਹੈ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਸਾਹਿਤ ਦੇ ਰਾਹੀਂ ਉਸ ਪਰਮਾਤਮਾ ਦੇ ਨੂੰ ਯਾਦ ਕਰਾਈਏ, ਤਾਂ ਕਿ ਉਹ ਅਹਿਸਾਸ ਕਰਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਕੇ ਇਸ ਸਮਾਜ ਦੀ ਸੇਵਾ ਕਰ ਸਕਣ। ਲੇਖਕਾਂ ਨੇ ਬਹੁਤ ਵਧੀਆ ਹੰਗੂਰਾ ਦਿੱਤਾ। ਅੱਜ 15ਵੇਂ ਸਾਲ ਦੇ ਵਿੱਚ ਪ੍ਰਵੇਸ਼ ਕੀਤਾ ਹੋਇਆ ਹੈ ਤੇ ਉਹਦੇ ਨਾਲ ਚੰਨ ਪਟਿਆਲਵੀ ਜੀ ਉਹਦੇ ਵਿੱਚ ਸੰਪਾਦਕ ਨੇ, ਮੈਂ ਮੁੱਖ ਸੰਪਾਦਕ ਹਾਂ ਤੇ ਅਸੀਂ ਰਲ ਕੇ ਇੱਕ ਟੀਮ ਦੇ ਤੌਰ ਤੇ ਉਹਨੂੰ ਇੱਥੇ ਤੱਕ ਖਿੱਚ ਕੇ ਲੈ ਕੇ ਆਇਆ ਤੇ ਲੋਕਾਂ ਦੇ ਵਿੱਚ ਮਕਬੂਲ ਕੀਤਾ ਹੈ। ਤੇ ਜਦੋਂ ਪੇਪਰ ਕਿਸੇ ਕੋਲੇ ਨਹੀਂ ਜਾਂਦਾ ਤਾਂ ਉਹ ਮਜਬੂਰ ਕਰਦਾ ਫੋਨ ਰਾਹੀਂ ਕਿ ਕਿਵੇਂ ਨਾ ਕਿਵੇਂ ਮੇਰੇ ਕੋਲੇ ਭਾਈ ਇਹ ਮੈਗਜ਼ੀਨ ਨਹੀਂ ਆਇਆ, ਇਹ ਪਹੁੰਚਾਓ। ਸਾਨੂੰ ਖੁਸ਼ੀ ਹੁੰਦੀ ਹੈ ਕਿ ਲੋਕਾਂ ਦੀ ਚੇਸ਼ਟਾ ਇਹਦੇ ਨਾਲ ਜੁੜੀ ਹੈ। ਉਸ ਚੇਸ਼ਟਾ ਦੇ ਵਿੱਚੋਂ ਚੰਨ ਪਟਿਆਲਵੀ ਜੀ ਨੂੰ ਹੋਰ ਜ਼ਿਆਦਾ ਨਿਖਾਰ ਆਇਆ। ਉਹ ਨਿਖਾਰ ਦੇ ਨਾਲ ਕੀ ਹੈ ਕਿ ਇਹਨਾਂ ਦੇ ਕਵਿਤਾ ਦੇ ਸ਼ਬਦਾਂ ਤੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਇੱਕ ਬਹੁਤ ਹੀ ਉੱਚ ਪਾਏ ਦਾ ਲਿਖਣ ਲੱਗੇ। ਅਮਰਜੀਤ ਵੜੈਚ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਪੁਸਤਕ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰਨਗੇ। ਚੰਨ ਪਟਿਆਲਵੀ ਹੋਣਾ ਨੂੰ ਉਹਨਾਂ ਦੀ ਇਸ ਕਿਤਾਬ ਦੇ ਅੱਜ ਲੋਕ ਅਰਪਣ 'ਤੇ ਮੈਂ ਵਧਾਈ ਦਿੰਦਾ। ਬੜੀ ਖੁਸ਼ੀ ਦੀ ਗੱਲ ਹੈ, ਕਿਉਂਕਿ ਕਵੀ ਜਦੋਂ ਲਿਖਦਾ ਹੈ ਤਾਂ ਉਹਦੀ ਫਿਰ ਜਿਹੜੀ ਦੂਸਰੀ ਚਾਹਤ ਹੁੰਦੀ ਹੈ ਵੀ ਉਹਦੀ ਕਿਤਾਬ ਛਪ ਜਾਵੇ, ਉਹ ਕਿਤੇ ਨਾ ਕਿਤੇ ਰੱਖੀ ਜਾਵੇ। ਤੇ ਇਹਨਾਂ ਨੇ ਬੜੀ ਹਿੰਮਤ ਕੀਤੀ ਹੈ, ਦੂਸਰੀ ਕਿਤਾਬ ਛਾਪਤੀ ਹੈ, ਕਿਉਂਕਿ ਸ਼ਬਦ ਜਿਹੜਾ ਉਹ ਪਿਆ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਪੜ੍ਹ ਹੀ ਲੈਂਦਾ। ਸੋ ਇਸ ਲਈ
ਇਹਨਾਂ ਨੂੰ ਵਧਾਈ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਵਧਾਈ, ਕਿਉਂਕਿ ਮਾਤਾ ਜੀ ਬੈਠੇ ਹੋਏ ਨੇ, ਇੰਨਾ ਵੱਡਾ ਆਸ਼ੀਰਵਾਦ ਹੈ ਇਹਨਾਂ ਦੇ ਉੱਤੇ। ਮੈਂ ਸਮਝਦਾ ਉਹਨਾਂ ਤੋਂ ਇੱਕ ਬੜੀ ਵੱਡੀ ਊਰਜਾ ਇਹਨਾਂ ਨੂੰ ਮਿਲਦੀ ਹੈ ਤੇ ਇਹ ਖੁਸ਼ਕਿਸਮਤ ਨੇ ਕਿ ਮਾਤਾ ਜੀ ਦਾ ਆਸ਼ੀਰਵਾਦ ਇਹਨਾਂ ਦੇ ਉੱਤੇ ਹੈ। ਜਿਨ੍ਹਾਂ ਕੋਲੇ ਮਾਵਾਂ ਹੁੰਦੀਆਂ ਉਹਨਾਂ ਕੋਲੇ ਸਭ ਕੁਝ ਹੁੰਦਾ, ਜਿਨ੍ਹਾਂ ਦੀਆਂ ਸਾਡੇ ਵਰਗਿਆਂ ਦੀਆਂ ਚਲੀਆਂ ਜਾਂਦੀਆਂ ਉਹਨਾਂ ਨੂੰ ਫਿਰ ਪਤਾ ਲੱਗਦਾ ਕਿ ਮਾਂ ਕੀ ਹੁੰਦੀ ਹੈ। ਸਾਡੇ ਕੋਲੇ ਕਵਿਤਾ ਦੇ ਕਿੰਨੇ ਵਧੀਆ ਮਾਡਲ ਨੇ। ਸਾਡੇ ਕੋਲੇ ਬਾਬਾ ਫਰੀਦ, ਉਹਦੀ ਜਰਾ ਬਾਣੀ ਤੁਸੀਂ ਪੜ੍ਹ ਕੇ ਵੇਖੋ, ਸਿੱਧੀ ਸਪਸ਼ਟ ਤੁਹਾਡੇ ਦਿਲ ਨੂੰ ਵੱਜਦੀ ਹੈ। ਫਰੀਦਾ ਜੋ ਤੈਨੂੰ ਮਾਰਨ ਮੁਕੀਆਂ, ਤਿਨਾਂ ਨਾ ਮਾਰੇ ਘੁੰਮ, ਆਪ ਨੇੜੇ ਕਰ ਜਾਈਏ, ਪੈਰ ਤਿਨਾਂ ਦੇ ਚੁੰਮ। ਬਹੁਤ ਘੱਟ ਸ਼ਾਇਰ ਨੇ ਜਿਨ੍ਹਾਂ ਨੇ ਪਤਨੀਆਂ ਬਾਰੇ ਲਿਖਿਆ। ਪਤਨੀਆਂ ਤੇ ਚੁਟਕਲੇ ਬਣਦੇ ਆ। ਹੁਣੇ ਪਿਛਲੇ ਦਿਨਾਂ ਦਰਸ਼ਨ ਬੁੱਟਰ ਹੋਣਾ ਦੀ ਕਿਤਾਬ ਆਈ ਸੀ, ਉਹਨਾਂ ਨੇ ਵੀ ਆਪਣੀ ਪਤਨੀ ਤੇ ਬਹੁਤ ਵਧੀਆ ਲਿਖਿਆ। ਉਹਨਾਂ ਦੇ ਪਤਨੀ ਸਵਰਗ ਸੁਧਾਰ ਗਏ। ਇਹਨਾਂ ਨੇ ਲਿਖਿਆ ਰੰਗ ਬਸੰਤੀ, ਕਹਿੰਦੇ ਸੁਹਾਵਣੀ ਸਵੇਰ, ਹਵਾ ਦੇ ਝੋਕੇ, ਠਾਰ ਦੇ ਘੱਟ, ਰੋਮਾਂਚਿਤ ਜ਼ਿਆਦਾ ਕਰਦੇ। ਤੁਸੀਂ ਜਰਾ ਚਿੱਤਰ ਕੇ ਵੇਖੋ ਕਿੱਥੇ ਖੜੇ ਨੇ ਤੇ ਕਵਿਤਾ ਕਿਵੇਂ ਲਿਖ ਰਹੇ ਨੇ, ਕਿਵੇਂ ਲਿਖੀ ਇਹਨਾਂ ਨੇ। ਪਤਨੀ ਪਗੜੀ ਲੈ ਕੇ ਆਈ, ਅੱਜ ਆ ਰੰਗ ਬੰਨ ਲਓ। ਇਹਨਾਂ ਨੇ ਇਨਵਰਟਡ ਕੌਮਿਆਂ 'ਚ ਲਿਖਿਆ, ਮਤਲਬ ਇੰਝ ਹੀ ਉਹਨਾਂ ਨੇ ਭੈਣ ਜੀ ਨੇ ਕਿਹਾ ਹੋਣਾ ਤੇ ਉਸ ਅਹਿਸਾਸ ਨੂੰ ਇਹਨਾਂ ਨੇ ਕਿਵੇਂ ਹੰਡਾਇਆ, ਮਨ 'ਚ ਪਿਆ ਹੋਣਾ ਕਿਤੇ ਲਿਖਤੀ ਕਵਿਤਾ। ਬਹੁਤ ਵਧੀਆ ਗੱਲ ਹੈ ਇਹ ਕਿ ਤੁਸੀਂ ਕਵਿਤਾ ਨੂੰ ਕਿੱਥੋਂ ਫੜਦੇ ਹੋ। ਅੱਜ ਦੀ ਵਿਦਵਾਨ ਸ਼ਖਸੀਅਤ, ਮੁੱਖ ਮਹਿਮਾਨ ਇਸ ਸਮਾਗਮ ਵਿੱਚ ਪਹੁੰਚੇ ਹੋਏ ਸਰਦਾਰ ਮਨਮੋਹਨ ਸਿੰਘ ਜੀ ਦਾਊ, ਜੋ ਕਿ ਸ਼੍ਰੋਮਣੀ ਸਾਹਿਤਕਾਰ ਨੇ, ਤੁਹਾਡੇ ਰੂਬਰੂ ਆਪਣੇ ਅਨੁਭਵ ਲੈ ਕੇ ਹੋਣਗੇ। ਮੈਨੂੰ ਰੰਗ ਦੇ ਦੋਸਤੋ, ਮੈਂ ਬੜਾ ਗੰਭੀਰ ਪਾਠਕ ਹਾਂ ਕਵਿਤਾ ਦਾ, ਆਪ ਵੀ ਲਿਖਦਾ ਕਵਿਤਾ, ਐਸੀ ਗੱਲ ਨਹੀਂ। ਪਰ ਮੇਰਾ ਸੋਚਣ ਲੱਗ ਪਿਆ ਜਿਹੜਾ ਸ਼ਬਦ ਰੰਗ ਹੈ ਨਾ, ਦੇਖੋ ਕਿਸੇ ਰਚਨਾ ਦਾ ਜਿਹੜਾ ਸਿਰਲੇਖ ਹੈ ਉਹ ਬੜਾ ਮਹੱਤਵਪੂਰਨ ਹੁੰਦਾ ਹੈ, ਕਿਸੇ ਕਿਤਾਬ ਦਾ, ਕਵਿਤਾ ਦਾ, ਕਹਾਣੀ ਦਾ, ਨਾਵਲ ਦਾ, ਜੋ ਵੀ ਹੈ। ਮੈਂ ਇਸ ਸ਼ਬਦ ਦੇ ਵਿੱਚ ਉਤਰ ਗਿਆ ਕਿ ਪਹਿਲੀ ਕਿਤਾਬ ਵਿੱਚ ਵੀ ਰੰਗ ਆਇਆ, ਦੂਜੀ ਕਿਤਾਬ ਵਿੱਚ ਰੰਗ ਆਇਆ। ਇਹ ਅਸਲ ਵਿੱਚ ਸੰਸਕ੍ਰਿਤ ਦਾ ਸ਼ਬਦ ਹੈ ਦੋਸਤੋ, ਰੰਗ। ਇਸ ਦੇ ਮੁਕਾਬਲੇ ਦਾ ਦੂਜਾ ਸ਼ਬਦ ਜਿਹੜਾ ਹੈਗਾ ਵੰਨ, ਜਿਹਨੂੰ ਕਹਿੰਦੇ ਕਣਕ ਵੰਨਾ, ਵੰਨ ਸੁਵੰਨਾ। ਇਹ ਰੰਗ ਜਿਹੜਾ ਸ਼ਬਦ ਹੈ, ਇਹਨਾਂ ਦੀ ਜਿਹੜੀ ਸਿਮਰਤੀ ਹੈ, ਇਹਨਾਂ ਦੀ ਜਿਹੜਾ ਚਿੰਤਨ ਹੈ, ਇਹ ਮੈਂ ਸੋਚੀ ਗਿਆ ਕਿ ਇਹ ਸ਼ਬਦ ਕਿਉਂ ਇਹਨਾਂ ਨੇ ਅਪਣਾਇਆ। ਇਹਦੇ 13 ਮਾਇਨੇ ਨੇ ਰੰਗ ਸ਼ਬਦ, 13 ਮਾਇਨੇ ਨੇ ਜਿਹੜੇ ਤੁਸੀਂ ਹੈਰਾਨ ਹੋਗੇ। ਆਨੰਦ ਹੈ, ਤਮਾਸ਼ੇ ਦੀ ਥਾਂ, ਕਲੀ ਹੈ, ਜੰਗ ਦੀ ਥਾਂ, ਪ੍ਰੇਮ, ਸ਼ੋਭਾ, ਵਰਨ, ਲੀਲਾ, ਨੇਕੀ, ਅਰੋਗਤਾ, ਧਨ, ਲਾਭ ਤੇ ਰੰਗ। ਮੈਂ ਸੋਚਿਆ ਵੀ ਜਿਹੜੀ ਇਹ ਸਾਰੀ ਜਿਹੜੀ ਕਿਤਾਬ ਹੈ ਨਾ, ਕਿਉਂਕਿ ਜ਼ਿੰਦਗੀ ਜਿਹੜੀ ਰੰਗਾਂ ਦੀ ਖੇਡ ਹੈ, ਇਹਨਾਂ ਨੇ ਇਹ ਜਿਹੜਾ ਸ਼ਬਦ ਅਪਣਾਇਆ। ਫਿਰ ਮੈਨੂੰ ਲੋਕ ਗੀਤ ਯਾਦ ਆਉਣ ਲੱਗ ਪਏ। ਚੁੰਨੀ ਰੰਗ ਦੇ ਲਲਾਰੀਆ ਮੇਰੀ ਆਲਸੀ ਦੇ ਫੁੱਲ ਵਰਗੀ। ਮੈਂ ਕਿਹਾ ਯਾਰ ਇਹ ਕਵਿਤਾ ਨਾ ਲੋਕ ਗੀਤ ਦੇ ਨੇੜੇ ਆ ਜਾਣੀ ਹੈ। ਇਸੇ ਤਰ੍ਹਾਂ ਮੇਰਾ ਲਾਲ ਦੁਪੱਟਾ ਮਲਮਲ ਕਾ ਹੋ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਸੁਣਿਆ, ਇਸੇ ਤਰ੍ਹਾਂ ਮੇਰਾ ਰੰਗ ਦੇ ਬਸੰਤੀ ਚੋਲਾ ਨਹੀਂ ਮਾਏ, ਮੇਰਾ ਰੰਗ ਦੇ ਬਸੰਤੀ ਚੋਲਾ। ਯਾਨੀ ਮੈਂ ਤਾਂ ਦੱਸ ਰਿਹਾ ਕਿ ਇਹ ਸ਼ਬਦ ਜਿਹੜਾ ਰੰਗ ਹੈ ਨਾ, ਪੰਜਾਬੀ ਕਵਿਤਾ ਦੇ ਵਿੱਚ, ਪੰਜਾਬੀ ਜੀਵਨ ਦੇ ਵਿੱਚ ਇਹ ਬਹੁਤ ਮਹੱਤਤਾ ਰੱਖਦਾ ਹੈ। ਹੁਣ ਜਿਹੜੀ ਜਪਜੀ ਸਾਹਿਬ ਹੈ ਨਾ, ਮੈਂ ਇਸ ਸ਼ਬਦ 'ਚ ਗਵਾਚ ਗਿਆ ਕਿ ਮੈਂ ਇਸ ਸ਼ਬਦ ਦੇ ਹੋਰ ਕੀ ਅਰਥ ਭਾਲਾਂ। ਜਪਜੀ ਸਾਹਿਬ ਦੇ ਵਿੱਚ ਰੰਗ ਸ਼ਬਦ 4 ਵਾਰ ਆਇਆ। ਮੈਂ ਸੋਚਿਆ ਕਿ ਬਾਬੇ ਨਾਨਕ ਨੇ ਵੀ ਰੰਗ ਸ਼ਬਦ ਦੀ ਕਿੰਨੀ ਮਹੱਤਤਾ ਨੂੰ ਸਮਝਿਆ। ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ। ਪਰ ਜਦੋਂ ਮੈਂ ਜਪਜੀ ਸਾਹਿਬ ਦੇ ਵਿੱਚ ਰੰਗ ਸ਼ਬਦ ਦੇ ਅਰਥਾਂ ਨੂੰ ਭਾਲਿਆ ਤਾਂ ਮੈਨੂੰ ਬੜੀ ਤਸੱਲੀ ਹੋਈ ਕਿ ਚੰਨ ਪਟਿਆਲਵੀ ਨੇ ਆਪਣੀ ਜਿਹੜੀ ਕਿਤਾਬ ਦਾ ਨਾਂ ਰੱਖਿਆ ਹੈ ਉਹ ਬਿਲਕੁਲ ਠੀਕ ਰੱਖਿਆ, ਢੁਕਵਾਂ ਰੱਖਿਆ। ਉਹਦੇ ਨਾਲ ਜਸਟੀਫਿਕੇਸ਼ਨ ਹੁੰਦੀ ਹੈ ਸਾਰੀਆਂ ਰਚਨਾਵਾਂ ਦੀ। ਲਾਲ ਮਿਸਤਰੀ ਜੀ, ਸਭ ਤੋਂ ਪਹਿਲਾਂ ਮੈਂ ਆਪਣੇ ਇਸ ਵੀਰ ਨੂੰ ਇਸ ਕਿਤਾਬ ਤੇ ਵਧਾਈ ਦਿੰਦਾ। ਕਵੀ ਨੂੰ ਜੇ ਤੁਸੀਂ ਉਹਦੀ ਕਵਿਤਾ ਦੇ ਨਾਲ ਪਰਖੋਗੇ ਤਾਂ ਤੁਹਾਨੂੰ ਆਨੰਦ ਆਏਗਾ। ਇਹ ਤਾਂ ਤੁਹਾਡਾ ਹਾਣੀ ਹੈ, ਤੁਸੀਂ ਤਾਂ ਇਹ ਤੋਂ ਜਾਣੂ ਹੈ ਵੀ ਜਲਾਲਾਬਾਦੀ ਦਾ ਬਾਹਲਾ ਇਤਬਾਰ ਨਹੀਂ ਕਰਨਾ।
ਤੇ ਇੱਕ ਦੋ ਬੰਦ ਤੁਹਾਡੇ ਨਾਲ ਸਾਂਝੇ ਕਰਨ ਲੱਗਿਆ। ਚੰਨ ਪਟਿਆਲਵੀ ਦਾ ਹੀ ਰੰਗ ਆ। ਉਹ ਜਦ ਕਦੀ ਵੀ ਆਉਂਦੇ ਨੇ ਪਿੰਡ ਮੇਰੇ ਦੀਆਂ ਗਲੀਆਂ ਵਿੱਚ, ਗੁਰੂ ਜੀ ਰਾਉ ਸਾਹਿਬ, ਉਹ ਜਦ ਕਦੀ ਵੀ ਆਉਂਦੇ ਨੇ ਪਿੰਡ ਮੇਰੇ ਦੀਆਂ ਗਲੀਆਂ ਵਿੱਚ, ਬੜਾ ਹੀ ਗੁੱਲ ਖਿਲਾਉਂਦੇ ਨੇ ਪਿੰਡ ਮੇਰੇ ਦੀਆਂ ਗਲੀਆਂ ਵਿੱਚ। ਕਈ ਗੀਤਕਾਰਾਂ ਨੇ ਵਰਜਿਆ ਏ ਖੱਟੜਾ ਜੀ, ਕਈ ਗੀਤਕਾਰਾਂ ਨੇ ਵਰਜਿਆ ਏ ਝਾਂਜਰ ਦਾ ਰੌਲਾ ਨਾ ਹੋਵੇ, ਉਹ ਜਾਣ ਜਾਣ ਛਣਕਾਉਂਦੇ ਨੇ ਪਿੰਡ ਮੇਰੇ ਦੀਆਂ ਗਲੀਆਂ। ਦੇਖੋ ਜੀ ਇੱਕ ਰੰਗ ਹੋਰ ਦੇਖੋ, ਉਹਦੇ ਕੋਮਲ ਕੂਲੇ ਪੈਰਾਂ ਨੂੰ ਸਭ ਮਿੱਟੀ ਲੱਗਣ ਤੋਂ ਡਰਦੇ ਨੇ। ਇਹ ਬੰਦ ਇਹ ਨੀਸ਼ੂ ਪੈਦਾ ਹੋਈ ਸੀ, ਮੈਂ ਗੋਦੀ ਚੱਕੀ ਵੀ, ਇਹਦੇ ਪੈਰ ਨੂੰ ਮਾੜੀ ਜਿਹੀ ਮਿੱਟੀ ਲੱਗ ਗਈ, ਮੈਂ ਉਹਨੂੰ 7 ਵਾਰ ਝਾੜਿਆ। ਅੱਜ ਦੀ ਇਸ ਮਹਿਫਲ ਬਾਰੇ ਪ੍ਰਭਾਵ ਵੀ ਦੇਣਗੇ ਤਾਂ ਉਹ ਇੱਕ ਸੰਦੇਸ਼ ਵੀ ਦੇਣਗੇ ਕਿ ਇੱਦਾਂ ਦੇ ਸਮਾਗਮਾਂ ਦੀ ਸਾਨੂੰ ਕਿਉਂ ਲੋੜ ਪੈਂਦੀ ਹੈ। ਡਾਕਟਰ ਵੀਰਪਾਲ ਕੌਰ, ਸੰਯੁਕਤ ਡਾਇਰੈਕਟਰ ਪਾਸ਼ਾ ਸਾਹਿਬ। ਅੱਜ ਦੇ ਇਸ ਸਮਾਗਮ ਦੇ ਵਿੱਚ ਚੰਨ ਪਟਿਆਲਵੀ ਸਾਹਿਬ ਦੀ ਕਵਿਤਾ ਕਿਤਾਬ ਬਾਰੇ, ਉਹਨਾਂ ਦੀ ਕਵਿਤਾ ਬਾਰੇ ਬਹੁਤ ਗੱਲ ਹੋ ਚੁੱਕੀ ਹੈ। ਮੈਂ ਜੋ ਇਹਨਾਂ ਦੀ ਕਿਤਾਬਾਂ ਪੜ੍ਹੀਆਂ ਤਾਂ ਮੈਨੂੰ ਜੋ ਇਹਨਾਂ ਦੀ ਕਵਿਤਾ ਦਾ ਹਾਸਲ ਪਾ ਕੇ ਲੱਗਾ ਕਿ ਇਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਸਾਡਾ ਜਿਹੜਾ ਅਮੀਰ ਸਾਹਿਤਕ ਤੇ ਸੱਭਿਆਚਾਰਕ ਵਿਰਸਾ ਹੈ, ਜਿਸ ਵਿਰਸੇ ਦੇ ਅਸੀਂ ਮਾਣ ਕਰਦੇ ਹਾਂ, ਔਰ ਉਸ ਵਿਰਸੇ ਨੂੰ ਇਹਨਾਂ ਦੀ ਯਾਦਾਂ ਵਿੱਚ ਵਸਿਆ ਹੋਇਆ ਹੈ। ਔਰ ਇਹਨਾਂ ਨੇ ਮਾਨਵੀ ਨੈਤਿਕ ਕਦਰਾਂ ਕੀਮਤਾਂ ਬਾਰੇ ਗੱਲ ਕੀਤੀ ਔਰ ਸੁਚੱਜੇ ਜੀਵਨ ਜਾਚ ਜੋ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਸੀ ਵੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਅੱਜ ਦਾ ਮਨੁੱਖ ਇਸ ਦਾ ਜਿਹੜਾ ਹੈਗਾ ਉਹ ਅਸੀਂ ਵੀ ਉਹਨਾਂ ਸਾਰੇ ਸ਼ਾਮਲ ਹਾਂ, ਇਸ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇਹ ਕਵਿਤਾ ਰਾਹੀਂ ਇਹਨਾਂ ਨੇ ਸਾਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਸਾਨੂੰ ਇਸ ਤੋਂ ਸਭ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਤੁਸੀਂ ਸ਼ਾਇਰਾਂ ਦੀ ਕਵਿਤਾ ਦੀ ਪ੍ਰੋੜਤਾ ਕੀਤੀ, ਉਹਨਾਂ ਨੂੰ ਹੌਸਲਾ ਅਫਜ਼ਾਈ ਦਿੱਤੀ। ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।